जिस तरीके नाल मजीठिया साहब ने सवाल चुके, सिर्फ गाज तुसीं अफसरां दे सिट दित्ती, पर किते ना किते इनकंपीटेंस दिखदी है तुहानूं इत्थे सरकार कि किवें ये फाइल पहली दिन मूव होंदी है 3/8 ਨੂੰ सुपरिटेंडेंट करता 3/8 ਨੂੰ ਇਹ ਤੋਂ ਸਾਈਨ कराए ਜਾਂਦੇ गुरप्रीत खैरा ਦੇ साइन ने। उस तो बाद 4/8 ਨੂੰ ਇਹ फाइल साइन कराई जाती है DK तिवारी। आ तरीक आ गई 4/8 ਤੋਂ बाद लालजीत भुल्लर ਦੇ साइन आ गए 7/8/2023। आ अगले साइन आ गए। उस तरीक ਨੂੰ CM भगवंत मान 7/8 ਨੂੰ मतलब एडी तेजी नाल फाइल नहीं निकलती होंगी। मैं भी वजीर रहा, ये हत्थी फाइल लैके गए, बाई हैंड गई, मंत्री लैके गया। अफसर भी उस वेले तक कोई काम नहीं करते जब तक उपरों कोई क्लियर कट ऑर्डर्स ना हो, चाहे वो OSD ਦੇ ਥਰੂ ਹੋਣ, ਚਾहे वो डायरेक्ट ਹੋਣ, ਚਾहे ਚੀਫ ਸੈਕਟਰੀ ਦੇ ਥਰੂ ਹੋਣ। अगर ਤੁਸੀਂ ਬਿਨਾ ਇਹ ਸਾਰੀ ਪ੍ਰਕਿਰਿਆ ਦੇ ਨੋਟੀਫਿਕੇਸ਼ਨ ਕਰਤੀ, ਇਹਦਾ ਮਤਲਬ ਹੈ ਸਰਕਾਰ ਦੀ ਗਵਰਨੈਂਸ ਦਾ ਪੈਟਰਨ ਜਿਹੜਾ ਹੈਗਾ ਸਹੀ ਨਹੀਂ ਹੈ। ਇਹਦਾ ਮਤਲਬ ਸਰਕਾਰ ਠੀਕ ਢੰਗ ਦੇ ਨਾਲ ਨਹੀਂ ਚੱਲ ਰਹੀ ਹੈ। सरकार के अफसर नहीं बल्कि जिम्मेवारी जी है उस पोलिटिकल लीडरशिप के ऊपर फिक्स होनी चाहिए, जी पोलिटिकल लीडरशिप ने अफसरां नूं कहा कि तुसीं ये कर दो ते नोटिफिकेशन कर दो। जे अफसरां ते एक्शन लता है कि लालजीत भुल्लर ते भी एक्शन लेना चाहिए सी। जिहड़ा मंत्री कंसर्न है उन्होंने तो मॉरल रिस्पोंसिबिलिटी लेके रिजाइन कर देना चाहिए कि बहुत बड़ी भूल हुई है, बहुत बड़ी गलती हुई। एक राष्ट्र एक चोण के हिसाब से वो किस तरीके नाल देखते हो भाजपा का जिहड़ा एक कार्ड है? कह देना बड़ा आसान है कि वन नेशन वन इलेक्शन। जिथे स्टेटां दे विच किसी सरकार बने नूं 2 साल होए हैं, किसी नूं 4 साल होए हैं, उन्हां सारिआं नूं भंग करोगे तुसीं। ਹੁਣ ਉਹ ਕਹਿੰਦੇ ਨੇ ਵੀ ਖਰਚਾ ਘੱਟ ਹੋਊਗਾ ਇੱਕੋ ਦਿਨ ਜੇ ਆਪਾਂ ਜੇ ਚੋਣਾਂ ਦੋਨਾਂ ਦੀਆਂ ਇੱਧਰ ਵਿਧਾਨ ਸਭਾ ਦੀ ਚੋਣਾਂ ਤੇ ਲੋਕ ਸਭਾ ਦੀ ਚੋਣਾਂ ਇੱਕੋ ਟਾਈਮ ਹੋਣਗੀਆਂ ਤਾਂ ਘੱਟ ਤੋਂ ਘੱਟ ਖਰਚਾ ਵੀ ਘੱਟ ਹੋਊਗਾ, ਸਾਰਾ ਕੁਝ ਉਸ ਤਰੀਕੇ ਨਾਲ ਮੈਨੇਜ ਨਹੀਂ ਹੋਊਗਾ। ਕਿ ਮੈਜੋਰਿਟੇਰੀਅਨ ਪੋਲਿਟਿਕਸ ਕਿਸ ਤਰੀਕੇ ਦੇ ਨਾਲ ਸਾਡੀ ਡੈਮੋਕ੍ਰੇਸੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਅਸੀਂ ਇਹ ਸੋਚ ਕੇ ਕਿ ਕਿਉਂਕਿ ਸਾਡੇ ਕੋਲ ਬਰੂਟ ਮੈਜੋਰਿਟੀ ਹੈ ਅਸੀਂ ਕੁਝ ਮਰਜ਼ੀ ਕਰੀ ਚੱਲੀਏ, ਉਹ ਚੀਜ਼ ਦੇ ਨਤੀਜੇ ਜਿਹੜੇ ਹੈਗੇ ਸਾਹਮਣੇ ਆ ਰਹੇ ਹਨ। ਅਸਲ ਜਿਹੜੀ BJP ਦਾ ਮਨਸ਼ਾ ਹੈਗਾ ਇਸ ਵੇਲੇ ਹੈ वो ही पता है कि BJP नरेंद्र मोदी की पॉपुलैरिटी की वजह करके पिछले 2 इलेक्शन जितन करके उन्होंने लगता है कि जिस वेले असीं सेंटर दे विच इलेक्शन करवावांगे उहदे नाल स्टेटां दे भी होणगे, नरेंद्र मोदी दे नाम ते लोकां ने स्टेटां दे विच ते सेंटर दे विच भी वोटां पैणगीआं, उहदे नाल केंद्र च भी साडी सरकार होएगी ते स्टेटां दे विच भी साडीआं सरकारां हो जाणगीआं। सत श्री अकाल, मैं ਹਾਂ ਸੁੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿਉਣ ਦਾ ਵੇ। ਜੀ ਹਾਂ, ਅੱਜ ਨਜ਼ਰ ਰਹੇਗੀ ਵਿਕਰਮਜੀਤ ਸਿੰਘ ਮਜੀਠੀਆ ਤੇ ਨਾਲ ਹੀ ਨਜ਼ਰ ਭਾਜਪਾ ਤੇ ਵੀ। ਮਜੀਠੀਆ ਸਾਹਿਬ ਤੇ ਕਿਉਂ? ਕਿਉਂਕਿ ਮਜੀਠੀਆ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਜਿਵੇਂ ਕੱਲ ਸਰਕਾਰ ਨੇ ਗ੍ਰਾਮ ਪੰਚਾਇਤਾਂ ਨੂੰ ਭੰਗ ਕਰਨ ਦੇ ਫੈਸਲੇ ਤੇ ਯੂ ਟਰਨ ਲਿੱਤਾ, ਅੱਜ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਚਿੱਠੀ ਸਾਹਮਣੇ ਰੱਖੀ ਤੇ ਕਹਿੰਦੇ ਇਸ ਦਾ ਤਾਂ ਸਾਰਾ ਕੁਝ ਮਾਨ ਸਾਹਿਬ ਨੂੰ ਵੀ ਪਤਾ ਸੀ ਤੇ ਨਾਲੇ ਕੇਜਰੀਵਾਲ ਤੱਕ ਕਹਿ ਦਿੱਤਾ ਕਿ ਮਾਨ ਸਾਹਿਬ ਨੂੰ ਬਰਖਾਸਤ ਕਰ ਦੇਣਾ ਚਾਹੀਦਾ। ਇਸ ਤੇ ਚਰਚਾ ਰਹੇਗੀ ਤੇ ਨਾਲ ਚਰਚਾ ਰਹੇਗੀ ਇੱਕ ਦੇਸ਼ ਇੱਕ ਚੁਣਾਵ ਤੇ ਕਿ ਭਾਜਪਾ ਦਾ ਇਹ ਕਿਹੜਾ ਕਾਰਡ ਹੁਣ ਕੀ ਵਾਕਈ ਭਾਜਪਾ ਇਸ ਇੰਨਾ ਸੌਖਾ ਹੈਗਾ ਇਸ ਟਾਈਮ ਕਿ ਵਨ ਨੇਸ਼ਨ ਵਨ ਇਲੈਕਸ਼ਨ ਤੇ ਇਹ ਸਭ ਚੀਜ਼ਾਂ ਹੋ ਜੇ, ਕਿਉਂਕਿ ਜਿਹੜਾ ਸਪੈਸ਼ਲ 70 ਬੁਲਾਇਆ ਗਿਆ ਲੋਕ ਸਭਾ ਦਾ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਤੇ ਭਾਜਪਾ ਬਿੱਲ ਪਾਸ ਕਰਾ ਸਕਦੀ। ਇਸੇ ਦੀ ਚਰਚਾ ਕਰਾਂਗੇ ਤੇ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ, ਸਾਡੇ ਵਿਸ਼ੇਸ਼ਕ ਜਿਹੜੇ ਨੇ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਜੀ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ। ਪ੍ਰੋਫੈਸਰ ਸਾਹਿਬ ਕਿਵੇਂ ਦੇਖਦੇ ਹੋ ਸ਼ੁਰੂਆਤ ਜੇ ਆਪਾਂ ਮਜੀਠੀਆ ਸਾਹਿਬ ਦੀ ਉਸ ਪ੍ਰੈਸ ਕਾਨਫਰੰਸ ਤੋਂ ਵੀ ਕਰੀਏ, ਜਿਸ ਤਰੀਕੇ ਨਾਲ ਮਜੀਠੀਆ ਸਾਹਿਬ ਨੇ ਸਵਾਲ ਚੱਕੇ ਨੇ? ਮੇਰੇ ਖਿਆਲ ਮੈਂ ਪਹਿਲਾਂ ਤੁਹਾਨੂੰ ਉਹ ਪ੍ਰੈਸ ਕਾਨਫਰੰਸ ਦੇ ਉਹ ਕੁਝ ਅੰਸ਼ ਦਿਖਾਦਾ ਦਰਸ਼ਕਾਂ ਨੂੰ ਵੀ ਕੀ ਕੁਝ ਕਿਹਾ ਮਜੀਠੀਆ ਸਾਹਿਬ ਨੇ। ਆਓ ਸੁਣ ਲੈਂਦੇ ਹਾਂ ਪਹਿਲਾਂ। ਕਿ ਇਹ CM ਭਗਵੰਤ ਮਾਨ ਦਾ ਮੰਤਰੀ ਲਾਲਜੀਤ ਭੁੱਲਰ ਦਾ ਅੱਜ ਬਿੱਲੀ ਥੱਲਿਓਂ ਬਾਹਰ ਆ ਗਈ। ਆਹ ਨੋਟਿੰਗ ਹੈ, ਆਹ ਉਹਦਾ ਓਰੀਜਨਲ ਕਾਗਜ਼ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਕਿ ਜਦੋਂ ਅਫਸਰ ਰੋਕਦੇ ਸੀ ਕਿ ਜਨਾਬ
ਇਹ 5 ਸਾਲ ਤੋਂ ਪਹਿਲਾਂ ਆਪਾਂ ਭੰਗ ਨਹੀਂ ਕਰ ਸਕਦੇ ਔਰ 5 ਸਾਲ ਪੂਰੇ ਹੁੰਦੇ ਸੀ ਜਨਵਰੀ 2024 ਚ। ਮਗਰ ਇਹ ਫਾਈਲ ਹੱਥੀਂ ਮੂਵ ਕਰਾਈ ਗਈ ਅਫਸਰਾਂ ਨੂੰ ਥ੍ਰੈਟਨ ਕਰਕੇ ਗਲ 'ਚ ਗੂਠ ਦੇ ਕੇ ਡੀਕੇ ਤਿਵਾਰੀ ਤੇ ਖਹਿਰਾ ਸਾਹਿਬ ਦੇ ਕਿ ਜੇ ਫਾਈਲ ਨਾ ਲਿਆਏ ਤਾਂ ਤੁਹਾਨੂੰ ਐਕਸ਼ਨ ਲਵਾਂਗੇ, ਸਸਪੈਂਡ ਕਰਾਂਗੇ, ਤੁਹਾਡੀ ਬਦਲੀ ਕਰ ਦਿਆਂਗੇ। ਉਹਦੀ ਨੋਟਿੰਗ ਦਰਸਾਉਂਦੀ ਹੈ ਕਿ ਕਿਵੇਂ ਇਹ ਫਾਈਲ ਪਹਿਲੀ ਦਿਨ ਮੂਵ ਹੁੰਦੀ ਹੈ 3/8 ਨੂੰ ਸੁਪਰਿੰਟੈਂਡੈਂਟ ਕਰਦਾ 3/8 ਨੂੰ ਇਹ ਤੋਂ ਸਾਈਨ ਕਰਾਏ ਜਾਂਦੇ ਗੁਰਪ੍ਰੀਤ ਖਹਿਰਾ ਦੇ ਸਾਈਨ ਨੇ। ਉਸ ਤੋਂ ਬਾਅਦ 4/8 ਨੂੰ ਇਹ ਫਾਈਲ ਸਾਈਨ ਕਰਾਈ ਜਾਂਦੀ ਹੈ ਡੀਕੇ ਤਿਵਾਰੀ। ਤਰੀਕ ਆ ਗਈ 4/8 ਤੋਂ ਬਾਅਦ ਲਾਲਜੀਤ ਭੁੱਲਰ ਦੇ ਸਾਈਨ ਆ ਗਏ 7/8/2023। ਅਗਲੇ ਸਾਈਨ ਆ ਗਏ। ਉਸੇ ਤਰੀਕ ਨੂੰ ਸੀਐਮ ਭਗਵੰਤ ਮਾਨ 7/8 ਨੂੰ, ਮਤਲਬ ਏਡੀ ਤੇਜ਼ੀ ਨਾਲ ਫਾਈਲ ਨਹੀਂ ਨਿਕਲਦੀ ਹੁੰਦੀ। ਮੈਂ ਵੀ ਵਜ਼ੀਰ ਰਿਹਾ, ਇਹ ਹੱਥੀ ਫਾਈਲ ਲੈ ਕੇ ਗਏ, ਬਾਈ ਹੈਂਡ ਗਈ, ਮੰਤਰੀ ਲੈ ਕੇ ਗਿਆ, ਮੰਤਰੀ ਨੇ ਸਾਈਨ ਕਰਾਏ ਔਰ ਇਹ 7/8 ਨੂੰ ਹੀ ਮੁੱਖ ਮੰਤਰੀ ਨੇ ਸਾਈਨ ਕਰਕੇ ਇਹ ਪੰਚਾਇਤਾਂ ਨੂੰ ਭੰਗ ਕਰਤਾ। ਕੇਜਰੀਵਾਲ ਸਾਹਿਬ, ਮੈਂ ਕੱਲ ਵੀ ਮੰਗ ਕੀਤੀ ਸੀ, ਪਹਿਲੀ ਪੌੜੀ ਹੈ ਲੋਕਤੰਤਰ ਦੀ ਪੰਚਾਇਤੀ ਰਾਜ। ਜੇ ਤੁਸੀਂ ਹੱਕ 'ਚ ਹੋ ਲੋਕਤੰਤਰ ਦੇ, ਤੁਸੀਂ ਡਿਕਟੇਟਰਸ਼ਿਪ ਦੇ ਖਿਲਾਫ ਹੋ, ਟੇਕ ਐਕਸ਼ਨ, ਡਿਸਮਿਸ ਭਗਵੰਤ ਮਾਨ ਐਂਡ ਦਿਸ ਸਟੂਪਿਡ ਮਿਨਿਸਟਰ, ਯੂਸਲੈਸ ਮਿਨਿਸਟਰ ਹੂ ਹੈਜ਼ ਨੋ ਸੈਂਸ, ਜਿਹਨੂੰ ਅੱਜ ਹਾਈ ਕੋਰਟ ਤੋਂ ਫਟਕਾਰ ਲੱਗੀ ਔਰ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਤੁਹਾਨੂੰ ਇਹ ਫੈਸਲੇ ਵਾਪਸ ਲੈਣੇ ਪਏ। ਹਾਈ ਕੋਰਟ 'ਚ ਵੀ ਤੁਸੀਂ ਪਹਿਲਾਂ ਸਟੈਂਡ ਲਿਆ ਕਿ ਅਸੀਂ ਭੰਗ ਕੀਤੀ ਹੈ, ਅਸੀਂ ਇਹ ਫੈਸਲਾ ਕੀਤਾ ਹੈ, ਮਗਰ ਜਦੋਂ ਵੇਖਿਆ ਕਿ ਹਾਈ ਕੋਰਟ ਚੀਫ ਜਸਟਿਸ ਦੀ ਅਦਾਲਤ 'ਚੋਂ ਰਾਹ ਨਹੀਂ ਮਿਲ ਰਿਹਾ, ਫਿਰ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਸਾਰੀ ਗਾਜ ਅਫਸਰਾਂ ਤੇ ਸਿੱਟਤੀ। ਗਾਜ ਅਫਸਰ ਤੇ ਨਹੀਂ, ਫੈਸਲਾ ਮੁੱਖ ਮੰਤਰੀ ਸਾਹਿਬ ਤੁਹਾਡਾ, ਫੈਸਲਾ ਮੰਤਰੀ ਦਾ। ਅਫਸਰਾਂ ਦੇ ਗਲ 'ਚ ਗੂਠ ਦੇ ਕੇ ਜੇ ਤੁਹਾਡੇ 'ਚ ਮਾੜੀ ਮੋਟੀ ਵੀ ਸ਼ਰਮ ਹੈ ਤੇ ਅਸਤੀਫਾ ਦੇ ਦਿਓ। ਤੁਹਾਡਾ ਕੋਈ ਹੁਣ ਬਣੇ ਰਹਿਣ ਦਾ ਹੱਕ ਨਹੀਂ, ਕਿਉਂਕਿ ਤੁਸੀਂ ਲੋਕਤੰਤਰ ਦੇ ਉਲਟੋਂ। ਖੱਚਰ ਸਾਹਿਬ, ਤੁਸੀਂ ਦੇਖਿਆ ਕਿਸ ਤਰੀਕੇ ਨਾਲ ਆਪਦਾ ਇੱਕ ਮੈਸੇਜ ਦਿੰਦੇ ਨੇ ਤੇ ਨਾਲੇ ਉਹ ਤੱਥ ਸਾਹਮਣੇ ਰੱਖਣੇ ਨੇ। ਵੈਸੇ ਮਜੀਠੀਆ ਜੀ ਦੇ ਹਰ ਵਾਰ ਇਹੀ ਹੁੰਦਾ, ਚਾਹੇ ਪ੍ਰੈਸ ਕਾਨਫਰੰਸ ਹੋਵੇ, ਚਾਹੇ ਕੋਈ ਵੀ ਜਦੋਂ ਵੀ ਹੋ ਮੁਖਾਤਬ ਹੁੰਦੇ ਨੇ, ਤੱਥਾਂ ਦੇ ਆਧਾਰ ਤੇ ਗੱਲ ਕਰਦੇ ਨੇ ਜੀ। ਤੇ ਜਿਸ ਤਰੀਕੇ ਨਾਲ ਉਹਨਾਂ ਨੇ ਤੱਥ ਪੇਸ਼ ਕੀਤੇ, ਇੱਥੇ ਤਾਂ ਵਾਕਈ ਜਿਸ ਉਹ ਇਲਜ਼ਾਮ ਜਿਹੜੇ ਲਾ ਰਹੇ ਨੇ ਕਿ ਸਿਰਫ ਗਾਜ ਤੁਸੀਂ ਅਫਸਰਾਂ ਦੇ ਸਿੱਟ ਦਿੱਤੀ, ਪਰ ਕਿਤੇ ਨਾ ਕਿਤੇ ਇਨਕੰਪੀਟੈਂਸ ਦਿਖਦੀ ਹੈ ਤੁਹਾਨੂੰ ਇੱਥੇ ਸਰਕਾਰ। देखो, इधर पहली चीज तो हैगी है कि मजीठिया साहब ने जिस तरीके दे नाल फैक्ट सामने रखे हैं और बाकायदा दस्खत वगैरह दिखाए हैं, वो तो ये सिद्ध होता है कि उन्हां दी गल जिहड़ी हैगी है सही है और उहदा जवाब सरकार नूं देना बनदा है। दूसरी चीज ये हैगी है कि अफसर भी उस वेले तक कोई काम नहीं करते जब तक उपरों कोई क्लीयर कट ऑर्डर्स ना हो, चाहे वो OSD दे थ्रू होण, चाहे वो डायरैक्ट होण, चाहे चीफ सैकटरी दे थ्रू होण। ऑर्डर जिहड़े हैगे हैं वो आउंदे हैं, फिर अफसर फाइल बनदी है, फाइल पर नोटिंग हुंदी है, नोटिंग भी एक जगह नहीं हुंदी, कई जगह ते नोटिंग हुंदी है, फिर फाइनल अप्रूवल हुंदी है, फाइनल अप्रूवल ते बाद फिर नोटिफिकेशन वगैरह दी दित्तियां होंदी। अगर तुसी बिना ये सारी प्रक्रिया दे नोटिफिकेशन करती, ਇਹਦਾ मतलब है सरकार दी गवर्नेंस दा पैटर्न जिहड़ा हैगा सही नहीं है। ਇਹਦਾ मतलब सरकार ठीक ढंग दे नाल नहीं चल रही है या कोई प्रोटोकॉल फॉलो नहीं किया जा रहा कि किस तरीके दे नाल तुसी कोई डिसीजन लेने और डिसीजन नोटिफाई करने और जनता तक पहुंचाने, फिर दोबारा उन्होंने वापस लेना। ਇਹਦਾ मतलब है कि सरकार खुद ही क्लियरली बैकफुट ते आ गई है और उन्होंने हो गया कि सातों गलती हुई है। हुण सवाल यह है उस गलती का जिम्मेवार कौन है। क्या 2 IAS ऑफिसर्स ਨੂੰ सस्पेंड करके सरकार की जिहड़ी छवि या इमेज पर धब्बा लग्या, क्योंकि स्टेट गवर्नमेंट काम कर रही है। आफ्टर अगर स्टेट गवर्नमेंट कोई काम करती है और उन्होंने यू टर्न लेंदी है कोर्ट दे विच जाके या खुद अपने बयानां दे विच, ਇਹਦਾ मतलब है कि पहली ਜਿਹੜਾ ਤੁਸੀਂ डिसीजन लेता ਸੀਗਾ ਉਹਦੇ पर कोई ਤੁਸੀਂ ਕਿਸੇ ਤਰ੍ਹਾਂ ਦੀ ਸੋਚ ਵਿਚਾਰ नहीं ਕੀਤਾ और लूज ढंग ਦੇ ਨਾਲ ਉਹ ਸਾਰਾ ਕੁਝ ਕੀਤਾ। ਇਸ ਕਰਕੇ सरकार नहीं, सरकार ਦੇ अफसर नहीं, बल्कि जिम्मेवारी जिहड़ी हैगी है उस पोलिटिकल लीडरशिप के ऊपर फिक्स होनी चाहिए है, जिहड़ी पोलिटिकल लीडरशिप ने अफसरां नूं कहा कि तुसीं जे कर दिओ ते नोटिफिकेशन कर दिओ। कल्ला ये गल कहना कि जी अफसर जिहड़े हैगे हैं उन्होंने ये काम किया वो गलत है, और फिर जब सामने फैक्ट्स आ रहे हैं
ਉਹਨਾਂ ਫੈਕਟਸ ਨੂੰ ਦੇਖਦੇ ਹੋਏ ਤੇ ਕੱਲ ਨੂੰ ਆਪੋਜੀਸ਼ਨ ਸਿਰਫ ਅਕਾਲੀ ਦਲ ਹੀ ਨਹੀਂ, ਬਾਕੀਆਂ ਪੋਲੀਟੀਕਲ ਪਾਰਟੀਆਂ ਵੀ ਪਹਿਲਾਂ ਹੀ ਬੋਲ ਰਹੀਆਂ ਹੁਣ ਫਿਰ ਹੋਰ ਜ਼ਿਆਦਾ ਤੀਬਰਤਾ ਦੇ ਨਾਲ ਅਟੈਕ ਕਰਨਗੇ ਸਰਕਾਰ ਦੇ ਉੱਪਰ ਕਿ ਤੁਸੀਂ ਜਿਹੜਾ ਹੈਗਾ ਠੀਕ ਢੰਗ ਦੇ ਨਾਲ ਪ੍ਰਸ਼ਾਸਨ ਜਾਂ ਸਟੇਟ ਨੂੰ ਨਹੀਂ ਚਲਾ ਰਹੇ। ਤਾਂ ਮੈਨੂੰ ਲੱਗਦਾ ਹੈ ਕਿ ਅਗਰ ਮਜੀਠੀਆ ਸਾਹਿਬ ਦੀ ਪ੍ਰੈਸ ਕਾਨਫਰੰਸ ਦੇ ਬਾਅਦ ਵੀ ਕੋਈ ਚੀਜ਼ ਐਸੀ ਹੈ ਜਿਹੜੀ ਸਰਕਾਰ ਲੁਕੋ ਕੇ ਰੱਖਣਾ ਚਾਹੁੰਦੀ ਹੈ, ਸਰਕਾਰ ਨੂੰ ਕਲੀਅਰਲੀ ਸਾਹਮਣੇ ਆਉਣਾ ਚਾਹੀਦਾ, ਬਿਕੋਜ਼ ਟਰਾਂਸਪੇਰੈਂਸੀ ਬੜੀ ਇੰਪੋਰਟੈਂਟ ਹੈ। ਔਰ ਖਾਸ ਤੌਰ ਪਰ ਆਮ ਆਦਮੀ ਪਾਰਟੀ ਹਮੇਸ਼ਾ ਇਹ ਗੱਲ ਕਹਿੰਦੀ ਰਹੀ ਹੈ ਕਿ ਅਸੀਂ ਪੂਰੇ ਟਰਾਂਸਪੇਰੈਂਟ ਢੰਗ ਦੇ ਨਾਲ ਬਿਲਕੁਲ ਓਪਨ ਢੰਗ ਦੇ ਨਾਲ ਅਸੀਂ ਸਾਰਾ ਕੰਮ ਕਰਦੇ ਹਾਂ। ਅਗਰ ਕਰਦੇ ਹਾਂ ਤਾਂ ਇਹ ਚੀਜ਼ਾਂ ਵੀ ਸਾਹਮਣੇ ਆਉਣੀਆਂ ਚਾਹੀਦੀਆਂ ਨੇ, ਜਾਂ ਸਰਕਾਰ ਗਲਤ ਹੈ ਜਾਂ ਮਜੀਠੀਆ ਸਾਹਿਬ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜਿਹੜਾ ਦਿਖਾਇਆ ਉਹ ਗਲਤ ਹੈ, ਉਹ ਸਰਕਾਰ ਨੂੰ ਉਹਦੇ ਬਾਰੇ ਕਲੀਅਰਲੀ ਦੱਸਣਾ ਚਾਹੀਦਾ। ਬਿਲਕੁਲ, ਕਿਵੇਂ ਦੇਖਦੇ ਹੋ ਕਿ ਵਾਕਈ ਇੱਥੇ ਹੁਣ ਲਾਲਜੀਤ ਭੁੱਲਰ ਤੇ ਵੀ ਗਾਜ ਗਿਰ ਸਕਦੀ ਹੈ, ਜਾਂ ਮਤਲਬ ਸਰਕਾਰ ਨੂੰ ਜੇ ਅਫਸਰਾਂ ਤੇ ਐਕਸ਼ਨ ਲਿੱਤਾ ਹੈ ਕਿ ਲਾਲਜੀਤ ਭੁੱਲਰ ਤੇ ਵੀ ਐਕਸ਼ਨ ਲੈਣਾ ਚਾਹੀਦਾ ਸੀਗਾ? ਦੇਖੋ ਐਕਸ਼ਨ ਜਿਹੜਾ ਹੈਗਾ, ਕਿਉਂਕਿ ਇੱਕ ਮੇਜਰ ਚੀਜ਼ ਹੈ, ਤੁਸੀਂ ਹਜ਼ਾਰਾਂ ਪੰਚਾਇਤਾਂ ਨੂੰ ਅਚਾਨਕ ਨੋਟੀਫਿਕੇਸ਼ਨ ਰਾਹੀਂ ਕਹਿਤਾ ਜੀ ਕਿ ਸਾਰੀਆਂ ਭੰਗ ਕਰਤੀਆਂ। ਤੁਸੀਂ ਇਹ ਦੇਖੋ ਕਿ ਕਿਆ ਤੁਸੀਂ ਐਡਾ ਵੱਡਾ ਫੈਸਲਾ ਬਿਨਾਂ ਧੋਖੇ ਬਿਨਾਂ ਸੋਚੇ ਸਮਝੇ ਲੈ ਸਕਦੇ ਹੋ? ਇਹਦਾ ਮਤਲਬ ਹੈ ਕਿ ਅਗਰ ਸਰਕਾਰ ਨੇ ਯੂ ਟਰਨ ਲੈਤਾ ਤਾਂ ਜਿਹੜਾ ਮੰਤਰੀ ਕੰਸਰਨਡ ਹੈਗਾ ਉਹਨੂੰ ਤਾਂ ਮੋਰਲ ਰਿਸਪੌਂਸਿਬਿਲਿਟੀ ਲੈ ਕੇ ਹੀ ਰਿਜ਼ਾਈਨ ਕਰ ਦੇਣਾ ਚਾਹੀਦਾ ਕਿ ਬਹੁਤ ਵੱਡੀ ਭੁੱਲ ਹੋਈ ਹੈ, ਬਹੁਤ ਵੱਡੀ ਗਲਤੀ ਹੋਈ ਹੈ। ਕਿਉਂਕਿ ਤੁਸੀਂ ਇਹ ਅਫੋਰਡ ਨਹੀਂ ਕਰ ਸਕਦੇ ਕਿ ਐਡਾ ਵੱਡਾ ਬਲੰਡਰ ਕਮਿਟ ਕਰਦੇ ਹੋ। ਔਰ ਪੂਰੇ ਦੇਸ਼ ਦੇ ਵਿੱਚ ਇਹ 100 ਮਿਊਨਿਸਪੈਲਿਟੀਆਂ ਦੀ ਗੱਲ ਨਹੀਂ ਹੈ, ਇਹ ਹਜ਼ਾਰਾਂ ਪੰਚਾਇਤਾਂ ਦੀ ਗੱਲ। ਬਿਲਕੁਲ, ਹਰ ਪੰਚਾਇਤ ਦੇ ਉੱਪਰ ਇਹਦਾ ਪ੍ਰਭਾਵ ਸੀਗਾ। ਇਸੇ ਕਰਕੇ ਜਿਹੜਾ ਮੰਤਰੀ ਕੰਸਰਨਡ ਹੈ ਉਹਨੂੰ ਵੀ ਇਹਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਔਰ ਅਗਰ ਅੱਛੀ ਮੋਰਲ ਜ਼ਿੰਮੇਵਾਰੀ ਲੈਂਦੀ ਹੈ ਤਾਂ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿ ਮੇਰੇ ਤੋਂ ਗਲਤੀ ਹੋਈ ਹੈ, ਬਜਾਏ ਇਸ ਦੇ ਕਿ ਤੁਸੀਂ ਸਕੇਪ ਗੋਟ ਬਲੀ ਦਾ ਬੱਕਰਾ ਅਫਸਰਾਂ ਨੂੰ ਬਣਾਓ। ਤੁਸੀਂ ਇਹ ਵੀ ਤਾਂ ਦੇਖੋ ਨਾ ਵੀ ਸਰਕਾਰ ਦੇ ਵਿੱਚ ਕਿਆ ਕੈਬਨਿਟ ਦੇ ਵਿੱਚ ਇਹ ਗੱਲ ਹੋਈ, ਕਿਆ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ, ਕਿਆ ਇਹ ਫੈਸਲਾ ਕਿਸੇ ਗਰੁੱਪ ਆਫ ਮਿਨਿਸਟਰਸ ਦੇ ਵਿੱਚ ਹੋਇਆ, ਕਿਆ ਇਹ ਫੈਸਲਾ ਸੀਐਮ, ਚੀਫ ਸੈਕਟਰੀ, ਰੂਰਲ ਪੰਚਾਇਤ ਸੈਕਟਰੀ, ਇਹਨਾਂ ਸਾਰਿਆਂ ਦੀ ਮੀਟਿੰਗ ਦੇ ਵਿੱਚ ਹੋਇਆ? ਇਹ ਅਚਾਨਕ ਤਾਂ ਨਹੀਂ ਹੋਇਆ। ਯਾਨੀ ਇਹ ਫੈਸਲੇ ਜਿਹੜੇ ਹੈਗੇ ਇਹ ਨਹੀਂ ਹੈ ਕਿ ਉੱਪਰੋਂ ਅਲਹਾਮ ਹੁੰਦੇ ਆ ਤੇ ਅਚਾਨਕ ਉਹਦੇ ਬਾਰੇ ਤੁਹਾਨੂੰ ਜਿਵੇਂ ਤੁਹਾਨੂੰ ਦੱਸਿਆ ਇੱਕ ਪ੍ਰਕਿਰਿਆ ਦਾ ਪਾਰਟ ਹੈ। ਤਾਂ ਡੈਫੀਨੇਟਲੀ ਸਰਕਾਰ ਦੇ ਵਿੱਚ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਔਰ ਖਾਸ ਤੌਰ ਪਰ ਮੰਤਰੀ ਨੂੰ ਤਾਂ ਇਹਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇਣਾ ਚਾਹੀਦਾ। ਤੇ ਉਧਰ ਪ੍ਰੋਫੈਸਰ ਸਾਹਿਬ, ਇੱਕ ਚੋਣ ਇੱਕ ਰਾਸ਼ਟਰ ਇੱਕ ਚੋਣ ਦੇ ਹਿਸਾਬ ਨਾਲ ਉਹ ਕਿਸ ਤਰੀਕੇ ਨਾਲ ਉਹਨੂੰ ਦੇਖਦੇ ਹੋ? ਭਾਜਪਾ ਦਾ ਜਿਹੜਾ ਇਹ ਕਾਰਡ ਹੈ ਹੁਣ, ਇਸ ਨੂੰ ਭਾਜਪਾ ਦਾ ਕੀ ਮੂਵ ਦੇਖਦੇ ਹੋ? ਕਿ ਜਿਹੜੇ ਹੁਣ 5 ਰਾਜਾਂ 'ਚ ਇਲੈਕਸ਼ਨ ਹੋਣੇ ਸੀ, ਕੀ ਉੱਥੇ ਭਾਜਪਾ ਆਪਣੇ ਆਪ ਨੂੰ ਵੀਕ ਸਮਝ ਰਹੀ ਸੀ, ਜਾਂ ਭਾਜਪਾ ਨੇ ਆਪਦੇ ਵੱਲੋਂ ਸ਼ਾਇਦ ਉਹ ਜਿਹੜੀ ਇੰਡੀਆ ਦੀ ਅੱਜ ਮੀਟਿੰਗ ਸੀ ਉੱਥੇ ਵੀ, ਕਿਉਂਕਿ ਉਸ ਦਾ ਅਸਰ ਆਪਾਂ ਦੇਖਣ ਨੂੰ ਮਿਲਿਆ ਨਾ, ਅੱਜ ਕੋਈ ਲੋਗੋ ਇਸ ਤਰੀਕੇ ਦਾ ਨਹੀਂ ਹੋਇਆ, ਉਹਨਾਂ ਦੀ ਸਟ੍ਰੈਟਜੀ ਅੱਗੇ ਬਦਲੀ ਜਾਏਗੀ। ਕਿਵੇਂ ਦੇਖਦੇ ਹੋ ਜਿਹੜਾ ਅੱਜ ਦਾ ਚੱਲ ਰਿਹਾ, ਕਿਆ ਸਰਾਈਆਂ ਨੇ ਕਿ ਸ਼ਾਇਦ ਉਹ ਬਿੱਲ ਪਾਸ ਕਰਾ ਲਿੱਤਾ ਜਾਏਗਾ? ਸਭ ਤੋਂ ਪਹਿਲੀ ਤਾਂ ਚੀਜ਼ ਇਹ ਹੈਗੀ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਵੀ ਕਿ 1952 ਚ ਸਾਡਾ ਪਹਿਲਾ ਜਨਰਲ ਇਲੈਕਸ਼ਨ ਹੋਇਆ, ਔਰ ਉਹਦੇ ਨਾਲ ਹੀ ਸਟੇਟਾਂ ਦੇ ਵੀ ਜਨਰਲ ਇਲੈਕਸ਼ਨ ਹੋਏ, ਔਰ ਇੱਕ ਲੰਬੇ ਸਮੇਂ ਤੱਕ ਆਈ ਥਿੰਕ 1967 ਤੱਕ ਸਟੇਟਾਂ ਦੇ ਤੇ ਸੈਂਟਰ ਦੇ ਇਲੈਕਸ਼ਨ ਇਕੱਠੇ ਹੁੰਦੇ ਰਹੇ। ਲੇਕਿਨ ਸਟੇਟ ਦੇ ਵਿੱਚ ਸਰਕਾਰ 5 ਸਾਲ ਬਾਅਦ ਚੁਣੀ ਗਈ, ਉਸ ਤੋਂ ਬਾਅਦ ਕਿਸੇ ਕਾਰਨ ਤੇ ਸਟੇਟ ਦੀ ਸਰਕਾਰ ਨੂੰ ਰਿਜ਼ਾਈਨ ਕਰਨਾ ਪਿਆ, ਜਾਂ ਮੈਜੋਰਿਟੀ ਨਾ ਰਹੀ, ਜਾਂ ਨੋ ਕੌਨਫੀਡੈਂਸ ਹੋ ਗਿਆ, ਸਰਕਾਰ ਨੇ ਅਸਤੀਫਾ ਦੇ ਦਿੱਤਾ ਤਾਂ ਇਲੈਕਸ਼ਨ ਕਰਵਾਉਣਾ ਪਏਗਾ। ਇਹਦਾ ਮਤਲਬ ਅਗਰ 3 ਸਾਲ ਬਾਅਦ ਸਟੇਟ ਗਵਰਨਮੈਂਟ ਟੁੱਟੀ ਤਾਂ 3 ਸਾਲ ਬਾਅਦ ਇਲੈਕਸ਼ਨ ਕਰਵਾਉਣਾ ਪਏਗਾ। ਤਾਂ ਵਨ ਨੇਸ਼ਨ ਵਨ ਉਹ ਤਾਂ ਰਿਹਾ ਨਹੀਂ। ਜਿੱਥੇ ਸਟੇਟਾਂ ਦੇ ਵਿੱਚ ਇਸ ਵੇਲੇ ਵੀ ਜਿੱਥੇ ਸਟੇਟਾਂ ਦੇ ਵਿੱਚ ਕਿਸੇ ਸਰਕਾਰ ਬਣੇ ਨੂੰ 2 ਸਾਲ ਹੋਏ ਆ, ਕਿਸੇ ਨੂੰ 4 ਸਾਲ ਹੋਏ ਆ, ਉਹਨਾਂ ਸਾਰਿਆਂ ਨੂੰ ਭੰਗ ਕਰੋਗੇ ਤੁਸੀਂ, ਤੇ ਉਸ ਤੋਂ ਬਾਅਦ ਉਹਨਾਂ ਨੂੰ ਵਨ ਇਲੈਕਸ਼ਨ ਸੈਂਟਰ ਦੇ ਨਾਲ ਕਰੋਗੇ। ਸੈਂਟਰ ਦਾ ਇਲੈਕਸ਼ਨ ਵੀ ਜਿਹੜਾ ਹੈਗਾ, ਫॉर ਐਗਜ਼ਾਮਪਲ ਸੈਂਟਰ ਦੇ ਵਿੱਚ ਸਰਕਾਰ ਟੁੱਟ ਜਾਂਦੀ ਹੈ 3 ਸਾਲਾਂ ਬਾਅਦ ਜਾਂ 2 ਸਾਲਾਂ ਬਾਅਦ ਕਿਸੇ ਕਾਰਨ ਕਰਕੇ, ਕਿਆ 2 ਸਾਲਾਂ ਬਾਅਦ ਫਿਰ ਸਾਰੇ ਕੰਟਰੀ ਦੇ ਵਿੱਚ ਇਲੈਕਸ਼ਨ ਹੋਣਗੇ ਸੈਂਟਰ ਦੇ ਨਾਲ? ਇਹ ਮੁੱਦੇ ਜਿਹੜੇ ਹੈਗੇ ਆ ਇਹ ਬੜੇ ਗੰਭੀਰ ਹੈ। ਕਹਿ ਦੇਣਾ ਬੜਾ ਆਸਾਨ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ, ਲੇਕਿਨ ਸਾਡੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦੇ ਵਿੱਚ ਇਹ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਨਹੀਂ ਹੈ।
ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦੇ ਵਿੱਚ ਜਿਹੜੀ ਸਾਡੀ ਸੰਸਦੀ ਪ੍ਰਣਾਲੀ ਹੈ ਉਹਦੇ ਵਿੱਚ ਕੋਈ ਵੀ ਸਰਕਾਰ ਜਦ ਤੱਕ ਰਹਿੰਦੀ ਹੈ ਜਦ ਤੱਕ ਉਹਦੇ ਕੋਲ ਮੈਜੋਰਿਟੀ ਹੈ, ਚਾਹੇ ਸੈਂਟਰ ਦੀ ਹੋਵੇ ਚਾਹੇ ਸਟੇਟਾਂ ਦੀ ਹੋਵੇ, ਉਹ ਕਿਸੇ ਵੀ ਵੇਲੇ ਗਿਰ ਸਕਦੀ ਹੈ। ਉਹ 5 ਸਾਲ ਪੂਰੇ ਵੀ ਨਾ ਕਰੇ, ਉਹ 4 ਸਾਲ ਪੂਰੇ ਕਰੇ। ਇਸ ਕਰਕੇ ਇਹ ਵਾਇਬਲੀ ਪੋਸੀਬਲ ਨਹੀਂ ਹੈ ਔਰ ਨਾ ਹੀ ਇਹਦੀ ਕੋਈ ਜ਼ਰੂਰਤ ਹੈ ਕਿ ਸੈਂਟਰ ਦੇ ਨਾਲ ਹੀ ਸਟੇਟਾਂ ਦੇ ਇਲੈਕਸ਼ਨ ਹਰ ਵਾਰ ਹੋਇਆ ਕਰਨ। ਅਸਲ ਜਿਹੜੀ ਬੀਜੇਪੀ ਦਾ ਮਨਸ਼ਾ ਹੈਗਾ ਇਸ ਵੇਲੇ ਹੈ, ਉਹ ਇਹਨਾਂ ਨੂੰ ਇਹ ਪਤਾ ਹੈ ਕਿ ਨਰਿੰਦਰ ਮੋਦੀ ਦੀ ਪਪੂਲੈਰਿਟੀ ਦੀ ਵਜ੍ਹਾ ਕਰਕੇ ਪਿਛਲੇ 2 ਇਲੈਕਸ਼ਨ ਜਿੱਤਣ ਕਰਕੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਸ ਵੇਲੇ ਅਸੀਂ ਸੈਂਟਰ ਦੇ ਵਿੱਚ ਇਲੈਕਸ਼ਨ ਕਰਵਾਵਾਂਗੇ ਉਹਦੇ ਨਾਲ ਸਟੇਟਾਂ ਦੇ ਵੀ ਹੋਣਗੇ, ਨਰਿੰਦਰ ਮੋਦੀ ਦੇ ਨਾਂ ਤੇ ਲੋਕਾਂ ਨੇ ਸਟੇਟਾਂ ਦੇ ਵਿੱਚ ਤੇ ਸੈਂਟਰ ਦੇ ਵਿੱਚ ਵੀ ਵੋਟਾਂ ਪੈਣਗੀਆਂ, ਉਹਦੇ ਨਾਲ ਕੇਂਦਰ 'ਚ ਵੀ ਸਾਡੀ ਸਰਕਾਰ ਹੋਏਗੀ ਤੇ ਸਟੇਟਾਂ ਦੇ ਵਿੱਚ ਵੀ ਸਾਡੀਆਂ ਸਰਕਾਰਾਂ ਹੋ ਜਾਣਗੀਆਂ। ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਹੈਗੀ ਹੈ ਵੀ ਇੱਕ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਇਲੈਕਸ਼ਨ ਜਿਹੜਾ ਹੈਗਾ ਉਹ ਕਰਵਾ ਦਿੱਤਾ ਜਾਵੇ। ਲੇਕਿਨ ਜਦ ਤੱਕ ਸਾਰੇ ਸਟੇਕ ਹੋਲਡਰ ਦੇ ਵਿੱਚ ਇਕੱਠੇ ਨਹੀਂ ਹੁੰਦੇ, ਸਾਰੇ ਸਟੇਟਾਂ ਤੋਂ ਇਹਦੀ ਮਨਜ਼ੂਰੀ ਨਹੀਂ ਲਈ ਜਾਂਦੀ, ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਇਨਵੋਲਵ ਨਹੀਂ ਹੁੰਦੀਆਂ, ਇਹਦੇ ਪਰ ਵਾਈਡਰ ਡਿਸਕਸ਼ਨ ਨਹੀਂ ਹੁੰਦੀ, ਇਹ ਨਹੀਂ ਹੈ ਕਿ ਤੁਹਾਡੇ ਕੋਲ ਮੈਜੋਰਿਟੀ ਹੈ ਤੇ ਮੈਜੋਰਿਟੀ ਦੇ ਸਿਰ ਤੇ ਤੁਸੀਂ ਕਹੋਗੇ ਆਪਾਂ ਇਹ ਬਿੱਲ ਪਾਸ ਕਰਦੇ ਹਾਂ। ਇਸ ਕਰਕੇ ਬੇਸ਼ੱਕ ਕਮੇਟੀ ਗਠਨ ਕਰ ਲਓ ਜਾਂ ਬੇਸ਼ੱਕ ਤੁਸੀਂ ਇਹਦੇ ਪਰ ਡਿਸਕਸ਼ਨ ਕਰ ਲਓ, ਲੇਕਿਨ ਇਹ ਵਾਇਬਲ ਨਹੀਂ ਹੈ, ਪੋਸੀਬਲ ਨਹੀਂ ਹੈ ਸਾਡੇ ਸਿਸਟਮ ਦੇ ਵਿੱਚ। ਅਗਰ ਇੱਕ ਵਾਰ ਤੁਸੀਂ ਇਲੈਕਸ਼ਨ ਕਰਵਾਓ ਵੀ ਲਓਗੇ ਫਿਰ ਖਿੰਡ ਪੁੱਟ ਜਾਣਾ, ਕਿਉਂਕਿ ਕੋਈ ਸਰਕਾਰ ਕਦ ਤੱਕ ਰਹੀ ਹੈ, ਕੋਈ ਸਰਕਾਰ ਕਦ ਤੱਕ ਰਹਿਣੀ ਹੈ। ਇਹ ਇੱਕ ਹਾਈਪੋਥੈਟੀਕਲ ਚੀਜ਼ ਹੈ, ਪ੍ਰੈਕਟੀਕਲੀ ਬੜੀ ਪੋਸੀਬਲ ਨਹੀਂ ਹੈ। ਤਾਂ ਪ੍ਰੋਫੈਸਰ ਸਾਹਿਬ ਸਿਰਫ ਇਹਨੂੰ ਫਿਰ ਕਿਆਸ ਰਾਹੀਂ ਸਮਝੀ ਜਾਏ, ਕਿਉਂਕਿ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਵਾਜਬ ਹੈ, ਪੋਸੀਬਲ ਕਿਵੇਂ ਹੈ ਤੇ ਨਾਲੇ ਸਾਰੇ ਸਟੇਟਸ ਕਿਵੇਂ ਇਸ ਤੇ ਸਹਿਮਤੀ ਜਿਤਾ ਲੈਣਗੇ? ਕਿਵੇਂ ਕਾਂਗਰਸ ਕਹਿ ਦੂਗੀ, ਕਿਉਂਕਿ ਕਰਨਾਟਕਾ 'ਚ ਤਾਂ ਹੁਣ ਜਿੱਤੀ ਹੈ, ਉਹ ਹਿਮਾਚਲ ਦੀ ਉਹ ਹੁਣ ਜਿੱਤੀ ਹੈ, ਕਾਂਗਰਸ ਕਿਵੇਂ ਕਹਿ ਦੂਗੀ ਕਰਨਾਟਕਾ 'ਚ ਦੁਬਾਰਾ ਕਰਾ ਦਿਓ, ਹਿਮਾਚਲ 'ਚ ਦੁਬਾਰਾ ਕਰਾ ਦਿਓ, ਆਮ ਆਦਮੀ ਪਾਰਟੀ ਕਿਵੇਂ ਕਹਿ ਦੂਗੀ ਕਿ ਦੁਬਾਰਾ ਕਰਾ ਦਿਓ? ਤਾਂ ਇਹ ਜੇ ਫਿਜ਼ੀਬਲ ਵੀ ਨਹੀਂ ਹੈ ਤਾਂ ਫਿਰ ਇਹ ਕਿਆਸ ਰਾਹੀਆਂ ਕਿਉਂ, ਇਹ ਬਾਜ਼ਾਰ ਗਰਮ ਕਿਉਂ? ਕੁਛ ਦੇਖੋ ਇਦਾਂ ਹੈ ਕਿ ਤੁਸੀਂ ਕੋਈ ਵੀ ਬਿਆਨੀਆਂ ਜਾਂ ਕੋਈ ਵੀ ਜਿਹੜਾ ਨੈਰੇਟਿਵ ਹੈ ਕਿਵੇਂ ਮਰਜ਼ੀ ਸਿਰਜ ਲਓ, ਕ੍ਰੀਏਟ ਕਰ ਲਓ ਸੋਸ਼ਲ ਮੀਡੀਆ ਰਾਹੀਂ, ਮੀਡੀਆ ਰਾਹੀਂ ਜਾਂ ਹੋਰ ਤਰ੍ਹਾਂ ਨਾਲ, ਲੇਕਿਨ ਆਪਾਂ ਨੂੰ ਉਹਦਾ ਲੌਜੀਕਲ ਤੇ ਪ੍ਰੈਕਟੀਕਲ ਐਸਪੈਕਟ ਜ਼ਰੂਰ ਦੇਖਣਾ ਪੈਣਾ। ਪੋਲੀਟੀਕਲੀ ਤੁਸੀਂ ਇਹ ਗੱਲ ਕਹਿ ਸਕਦੇ ਹੋ, ਕਿਆ ਕਨਸਟੀਟਿਊਸ਼ਨਲੀ ਤੁਸੀਂ ਇਹ ਚੀਜ਼ ਕਰ ਸਕਦੇ ਹੋ? ਸੰਵਿਧਾਨ ਤਾਂ ਕਲੀਅਰਲੀ ਕਹਿੰਦਾ ਹੈ ਕਿ ਕੋਈ ਵੀ ਸਰਕਾਰ ਕੇਂਦਰ ਦੀ ਹੋਵੇ ਜਾਂ ਰਾਜ ਦੀ ਜਦ ਤੱਕ ਰਹੇਗੀ ਜਦ ਤੱਕ ਉਹਦੇ ਕੋਲ ਮੈਜੋਰਿਟੀ ਹੈ। ਜਿੱਦਣ ਮੈਜੋਰਿਟੀ ਖਤਮ ਹੋ ਗਈ ਸਰਕਾਰ ਖਤਮ ਹੋ ਗਈ, ਉਹ ਚਾਹੇ 2 ਸਾਲ ਹੋਏ ਹੋਣ ਚਾਹੇ 3 ਸਾਲ ਹੋਏ ਹੋਣ। ਹੁਣ ਕੋਈ ਸਰਕਾਰ ਕਿਸੇ ਵੇਲੇ ਟੁੱਟ ਗਈ, ਕੋਈ ਸਰਕਾਰ 4 ਸਾਲ ਦੀ ਹੈ, ਕੋਈ 5 ਸਾਲ ਦੀ ਹੈ। ਕੇਂਦਰ ਖੁਦ ਹੀ ਕਹਿੰਦਾ ਮੈਂ ਇਲੈਕਸ਼ਨ ਜਿਹੜਾ ਹੈਗਾ, ਫॉर एग्जांपल ਪ੍ਰਾਈਮ ਮਿਨਿਸਟਰ 2 ਸਾਲ ਬਾਅਦ ਜਾਂ 3 ਸਾਲ ਬਾਅਦ ਜਾਂ 4 ਸਾਲ ਬਾਅਦ ਚਾਹੁੰਦਾ ਹੈ ਕਿ ਵੀ ਆਪਾਂ ਇਲੈਕਸ਼ਨ ਕਰਵਾ ਲੈਣੇ, ਇਸ ਵੇਲੇ ਸਾਡੀ ਬੜੀ ਪਪੂਲੈਰਿਟੀ ਹੈ, ਪ੍ਰਾਈਮ ਮਿਨਿਸਟਰ ਸੋਚਦਾ ਹੈ ਜਾਂ ਉਸ ਪੋਲੀਟੀਕਲ ਪਾਰਟੀ ਸੋਚਦੀ ਹੈ। ਤਾਂ ਜਿਹੜੇ ਸਟੇਟ ਹੈ ਉਹਨਾਂ ਨੂੰ ਕਿਉਂ ਫਾਇਲ ਲਾਉਣਾ ਵੀ ਨਾਲ? ਉਹਨਾਂ ਨੇ ਤਾਂ ਕੋਈ ਗੁਨਾਹ ਨਹੀਂ ਕੀਤਾ। ਜੇ ਕੇਂਦਰ ਅਗਰ ਚਾਹੁੰਦਾ ਇਲੈਕਸ਼ਨ ਤਾਂ ਸਟੇਟਾਂ ਵੀ ਇਲੈਕਸ਼ਨ ਚਾਹੁਣ। ਇਸ ਕਰਕੇ ਮੈਂ ਕਹਿ ਰਿਹਾ ਕਿ ਔਰ ਫਿਰ ਕਨਸਟੀਟਿਊਸ਼ਨਲੀ ਇਹ ਚੀਜ਼ ਪੋਸੀਬਲ ਨਹੀਂ ਹੈ। ਇਹ ਗੱਲ ਕਹਿਣੀ ਕਿ ਜੀ ਅਗਰ ਵਨ ਨੇਸ਼ਨ ਵਨ ਇਲੈਕਸ਼ਨ ਹੋਏਗਾ ਇਹਦੇ ਨਾਲ ਬੜਾ ਟਾਈਮ ਬਚ ਜਾਏਗਾ, ਬੜੇ ਪੈਸੇ ਬਚ ਜਾਣਗੇ, ਬੜਾ ਉਹ ਸਾਰਾ ਚੀਜ਼ਾਂ ਹੋ ਜਾਊਗਾ। ਅਸੀਂ 75 ਸਾਲ ਹੋ ਗਏ, 75 ਸਾਲਾਂ ਦੇ ਵਿੱਚ ਅਸੀਂ ਇਲੈਕਸ਼ਨ ਡਿਫਰੈਂਟ ਹੁੰਦੇ ਰਹੇ ਨੇ। ਬਲਕਿ ਇਹਦਾ ਫਾਇਦਾ ਮੈਂ ਤੁਹਾਨੂੰ ਦੱਸਣਾ ਕੀ ਹੈ ਕਿ ਜਿਸ ਵੇਲੇ ਸਟੇਟ 'ਚ ਇਲੈਕਸ਼ਨ ਹੁੰਦਾ ਹੈ, ਪੋਲੀਟੀਕਲ ਪਾਰਟੀ ਜਿਹੜੀ ਕੇਂਦਰ 'ਚ ਇਲੈਕਸ਼ਨ ਲੜਦੀ ਹੈ, ਹਾਰਦੀ ਹੈ ਜਾਂ ਜਿੱਤਦੀ ਹੈ, ਉਹ ਵੀ ਹਮੇਸ਼ਾ ਟੈਂਟਰ ਹੁੱਕ ਤੇ ਰਹਿੰਦੀ ਹੈ। ਟੈਸਟ ਉਹਦਾ ਹੁੰਦਾ ਰਹਿੰਦਾ ਪਪੂਲੈਰਿਟੀ ਦਾ ਵੀ ਔਰ ਉਹਦੀਆਂ ਪਾਲਿਸੀਜ਼ ਦਾ ਵੀ, ਚਾਹੇ ਕੇਂਦਰ ਦੇ ਇਲੈਕਸ਼ਨਾਂ ਦੁਆਰਾ, ਚਾਹੇ ਸਟੇਟ ਦੇ ਇਲੈਕਸ਼ਨਾਂ ਦੁਆਰਾ, ਚਾਹੇ ਮਿਊਨਿਸਪੈਲਿਟੀਆਂ ਦੇ ਇਲੈਕਸ਼ਨਾਂ ਦੁਆਰਾ, ਚਾਹੇ ਪੰਚਾਇਤਾਂ ਦੇ ਇਲੈਕਸ਼ਨਾਂ ਦੁਆਰਾ। ਇਸ ਕਰਕੇ ਜਦ ਪੰਚਾਇਤਾਂ ਦੇ ਇਲੈਕਸ਼ਨ, ਮਿਊਨਿਸਪੈਲਿਟੀਆਂ ਦੇ ਇਲੈਕਸ਼ਨ, ਸਟੇਟਾਂ ਦੇ ਇਲੈਕਸ਼ਨ, ਕੇਂਦਰ ਦੇ ਇਲੈਕਸ਼ਨ ਹੁੰਦੇ ਰਹਿੰਦੇ ਆ ਤਾਂ ਸਾਡੀ ਡੈਮੋਕ੍ਰੇਸੀ ਦੇ ਵਿੱਚ ਇੱਕ ਵਾਈਬ੍ਰੈਂਸੀ ਬਣੀ ਰਹਿੰਦੀ ਹੈ, ਜਿਹੜੀ ਕਿ ਸਾਨੂੰ ਜਿਹੜੀ ਰਾਜਨੀਤਿਕ ਅਵੇਅਰਨੈਸ ਹੈ, ਜਾਗਰੂਕਤਾ ਹੈ, ਉਹਦੇ ਵਾਸਤੇ ਬਹੁਤ ਜ਼ਰੂਰੀ ਹੈ। ਇਸ ਕਰਕੇ ਵੀ ਮੈਂ ਕਹੂੰਗਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਕਨਸੈਪਟ ਹੈ ਇਹ ਸਾਡੀ ਡੈਮੋਕ੍ਰੇਸੀ ਦੇ ਕਿਸੇ ਤਰੀਕੇ ਦੇ ਨਾਲ ਹੱਕ 'ਚ ਨਹੀਂ ਹੈ, ਬਲਕਿ ਉਹਦੇ ਵਿਪਰੀਤ ਚੱਲੇਗਾ। ਪਰ ਪ੍ਰੋਫੈਸਰ ਸਾਹਿਬ ਇਹ ਤਾਂ ਹੁਣ ਉਹ ਕਹਿੰਦੇ ਨੇ ਵੀ ਖਰਚਾ ਘੱਟ ਹੋਊਗਾ ਇੱਕੋ ਦਿਨ ਜੇ ਆਪਾਂ ਜੇ ਚੋਣਾਂ ਦੋਨਾਂ ਦੀਆਂ ਇੱਧਰ ਵਿਧਾਨ ਸਭਾ ਦੀ ਚੋਣਾਂ ਤੇ ਲੋਕ ਸਭਾ ਦੀ ਚੋਣਾਂ ਇੱਕੋ ਟਾਈਮ ਹੋਣਗੀਆਂ ਤਾਂ ਘੱਟ ਤੋਂ ਘੱਟ ਖਰਚਾ ਵੀ ਘੱਟ ਹੋਊਗਾ, ਸਾਰਾ ਕੁਝ ਉਸ ਤਰੀਕੇ ਨਾਲ ਮੈਨੇਜ ਵੀ ਹੋ ਜਾਊਗਾ। ਪਰ ਇੱਥੇ ਕਿਤੇ ਨਾ ਕਿਤੇ ਇਹ ਨਹੀਂ ਹੋਊਗਾ, ਕਿਉਂਕਿ ਤੁਹਾਡੀ ਗੱਲ ਵੀ ਵਾਜਬ ਹੈ ਕਿ ਮੰਨ ਲਓ ਵੀ ਮੈਂ ਸੈਂਟਰ ਦੇ ਵਿੱਚ ਤਾਂ ਮੈਂ ਮੋਦੀ ਜੀ ਨੂੰ ਅੱਜ ਪਸੰਦ ਕਰਦਾ ਤੇ ਹੋ ਸਕਦਾ ਕਿ ਸੂਬਾ ਸਰਕਾਰ ਦੇ ਮੁੱਦੇ ਹੀ ਕੁਝ ਹੋਰ ਹੁੰਦੇ ਨੇ,
ਤਾਂ ਕਿਤੇ ਨਾ ਕਿਤੇ ਵੋਟਰ ਵੀ ਸ਼ਾਇਦ ਉਹ ਕਨਫਿਊਜ਼ ਹੀ ਹੋ ਜਾਊਗਾ। ਉਹ ਸ਼ਾਇਦ ਸਿਰਫ ਸੈਂਟਰ ਸਰਕਾਰ ਵਾਲੇ ਪਾਸੇ ਹੀ ਰਹੂਗਾ ਤੇ ਉਹਨੂੰ ਸ਼ਾਇਦ ਉੱਥੇ ਹੀ ਬਟਨ ਦਬਦਾ ਰਹੂਗਾ। ਜੀ ਐਗਜ਼ੈਕਟਲੀ, ਮੈਂ ਇਸੇ ਗੱਲ ਤੇ ਮੈਂ ਕਹਿ ਰਿਹਾ ਕਿ ਅਗਰ ਕੇਂਦਰ ਸਰਕਾਰ ਜਿਹੜੀ ਪੋਲੀਟੀਕਲ ਪਾਰਟੀ ਜਾਂ ਉਹਦਾ ਪ੍ਰਾਈਮ ਮਿਨਿਸਟਰ ਪਾਪੂਲਰ ਹੈ ਅੱਜ ਦੀ ਘੜੀ, that does not mean ਕਿ ਉਸ ਪਪੂਲੈਰਿਟੀ ਨੂੰ ਦੇ ਵਿੱਚ ਸਾਰੇ ਓਪੀਨੀਅਨਸ ਨੂੰ ਮਰਜ ਕਰ ਦਿਓ। ਉਹ ਨਹੀਂ ਹੋਣਾ ਚਾਹੀਦਾ। ਅਗਰ ਉਹ ਹੁੰਦਾ ਹੈ ਤਾਂ ਉਹ ਡੈਮੋਕ੍ਰੈਟਿਕ ਨਹੀਂ ਹੈ। ਡੈਮੋਕ੍ਰੇਸੀ ਇਹ ਡਿਮਾਂਡ ਕਰਦੀ ਹੈ ਕਿ ਜਿਹੜੀਆਂ ਪਾਰਟੀਆਂ ਇਲੈਕਸ਼ਨ ਲੜਦੀਆਂ, ਸੱਤਾ ਚਾਹੁੰਦੀਆਂ ਜਾਂ ਸੱਤਾ ਆਪੋਜੀਸ਼ਨ ਚਾਹੁੰਦੀਆਂ, ਉਹਨਾਂ ਦੀ ਪਪੂਲੈਰਿਟੀ, ਉਹਨਾਂ ਦੀਆਂ ਸਕੀਮਸ, ਉਹਨਾਂ ਦੀਆਂ ਪਾਲਿਸੀਜ਼, ਹਰ ਚੀਜ਼ ਦਾ ਟੈਸਟ ਹੁੰਦਾ ਰਹਿਣਾ ਚਾਹੀਦਾ ਲਗਾਤਾਰ। ਇਟਸ ਏ ਕੰਟੀਨਿਊਸ ਪ੍ਰੋਸੈਸ। ਡੈਮੋਕ੍ਰੇਸੀ ਜਾਂ ਇਲੈਕਸ਼ਨ ਇਹ ਨਹੀਂ ਹੈ ਕਿ ਹੁਣ ਸੁਚ ਔਨ ਕਰਤਾ ਤੇ ਹੁਣ ਸੁਚ ਆਫ ਕਰਤਾ 5 ਸਾਲ ਬਾਅਦ। 5 ਸਾਲ ਬਾਅਦ ਸੁਚ ਆਫ ਕਰਕੇ ਬੈਠ ਜਾਓ, ਸਟੇਟਾਂ 'ਚ ਵੀ ਇਲੈਕਸ਼ਨ ਖਤਮ, 5 ਸਾਲ ਕੇਂਦਰ 'ਚ ਵੀ ਇਲੈਕਸ਼ਨ ਖਤਮ। ਹੁਣ ਤੁਸੀਂ ਆਪਣੀ ਮਰਜ਼ੀ ਕਰੀ ਚੱਲੋ। ਆਪਾਂ ਦੇਖ ਰਹੇ ਹਾਂ ਕਿ ਮੈਜੋਰਿਟੇਰੀਅਨ ਪੋਲਿਟਿਕਸ ਕਿਸ ਤਰੀਕੇ ਦੇ ਨਾਲ ਸਾਡੀ ਡੈਮੋਕ੍ਰੇਸੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਅਸੀਂ ਇਹ ਸੋਚ ਕੇ ਕਿ ਕਿਉਂਕਿ ਸਾਡੇ ਕੋਲ ਬਰੂਟ ਮੈਜੋਰਿਟੀ ਹੈ, ਅਸੀਂ ਕੁਝ ਮਰਜ਼ੀ ਕਰੀ ਚੱਲੀਏ, ਉਹ ਚੀਜ਼ ਦੇ ਨਤੀਜੇ ਜਿਹੜੇ ਹੈਗੇ ਸਾਹਮਣੇ ਆ ਰਹੇ ਹਨ। ਜਿਹੜੀ ਸਾਡੇ ਪੋਲੀਟੀਕਲ ਲੀਡਰਸ਼ਿਪ ਹੈ, ਉਹਨਾਂ ਵਿੱਚ ਜਿਸ ਤਰੀਕੇ ਦੇ ਨਾਲ ਬਿਆਨਬਾਜ਼ੀ ਹੁੰਦੀ ਹੈ ਜਾਂ ਜਿਸ ਤਰੀਕੇ ਦੇ ਨਾਲ ਉਹਨਾਂ 'ਚ ਟਕਰਾਓ ਹੈ, ਉਹ ਟਕਰਾਓ ਜਿਹੜਾ ਹੈਗਾ ਉਹ ਇਸ ਚੀਜ਼ ਨੂੰ ਡੈਫੀਨੇਟਲੀ ਸਿੱਧ ਕਰਦਾ ਹੈ ਕਿ ਸਾਡਾ ਜਿਹੜਾ ਲੋਕਤੰਤਰ ਹੈ ਉਹ ਇਸ ਤਰੀਕੇ ਦੇ ਨਾਲ ਨਹੀਂ ਚਲਾਇਆ ਜਾ ਰਿਹਾ ਹੈ ਜਿਹਦੇ ਵਿੱਚ ਤੁਸੀਂ ਜਨਤਾ ਦੇ ਮੁੱਦਿਆਂ ਦੀ ਗੱਲ ਕਰੋ। ਇੱਥੇ ਤੁਸੀਂ ਗੱਲ ਕਰ ਰਹੇ ਹੋ ਲੀਡਰਾਂ ਦੀ ਲੜਾਈ ਝਗੜੇ ਦੀ, ਲੀਡਰਾਂ ਦੀਆਂ ਵਾਈਫਸ ਦੀ, ਲੀਡਰਾਂ ਦੀਆਂ ਪਰਸਨਲ ਲਾਈਫs ਦੀ। ਜਿਹੜੇ ਇਸ਼ੂਜ਼ ਹੈ ਉਹ ਇਸ਼ੂ ਸਾਈਡ ਤੇ ਹੈ। ਤੁਸੀਂ ਸੋਚਦੇ ਹੋ ਵੀ ਬੇਸ ਤੇ ਇਲੈਕਸ਼ਨ ਲੜਿਆ ਜਾਵੇ, ਜਿੱਤਿਆ ਜਾਵੇ। ਤੁਸੀਂ ਵੇਚਦੇ ਹੋ ਇਮੋਸ਼ਨਲ ਮੁੱਦੇ ਤੇ ਇਲੈਕਸ਼ਨ ਲੜਿਆ ਜਾਵੇ ਤੇ ਜਿੱਤਿਆ ਜਾਵੇ। ਜਨਤਾ ਕੀ ਚਾਹੁੰਦੀ ਹੈ, ਜਨਤਾ ਦੇ ਕੀ ਮੁੱਦੇ ਹੈ, ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਸਾਈਡ ਟਰੈਕ ਕਰਕੇ ਰੱਖਿਆ ਜਾਵੇ। ਅਗਰ ਡੈਮੋਕ੍ਰੇਸੀ ਦੇ ਵਿੱਚ, ਅਗਰ ਸਾਡੇ ਦੇਸ਼ ਦੇ ਵਿੱਚ 5 ਸਾਲ ਬਾਅਦ ਸਾਰੇ ਸਟੇਟਾਂ 'ਚ ਇਲੈਕਸ਼ਨ, ਸਾਰੇ ਫਿਰ ਕੱਲ ਨੂੰ ਕਹਿਣਗੇ ਜੀ ਮਿਊਨਿਸਪੈਲਿਟੀਆਂ ਦੇ ਵਿੱਚ ਹੀ ਨਾਲ ਹੀ ਕਰ ਦਿਓ, ਫਿਰ ਕਹਿਣਗੇ ਜੀ ਪੰਚਾਇਤਾਂ ਦੇ ਵੀ ਨਾਲ ਹੀ ਕਰ ਦਿਓ। ਉਹ ਚੀਜ਼ ਜਿਹੜੀ ਹੈਗੀ ਹੈ ਉਹ ਪੋਲੀਟੀਕਲੀ ਵੀ ਔਰ ਸੰਵਿਧਾਨਕ ਰੂਪ ਦੇ ਵਿੱਚ ਵੀ, ਪ੍ਰੈਕਟੀਕਲੀ ਵੀ, ਲੌਜੀਕਲੀ ਵੀ ਉਹ ਵਾਜਿਬ ਨਹੀਂ ਹੈ। ਨਹੀਂ ਪ੍ਰੋਫੈਸਰ ਸਾਹਿਬ, ਫਿਰ ਤਾਂ ਇਹ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਇਹ ਤਾਂ ਕਦੀ ਵੀ ਵਾਜਿਬ ਨਹੀਂ ਹੋ ਸਕਦਾ। ਚਾਹੇ ਸਰਕਾਰ ਹੁਣ ਕੇਂਦਰ ਸਰਕਾਰ ਭਾਵੇਂ ਭਾਜਪਾ ਦੀ ਆ ਜਾਏ, ਭਾਵੇਂ ਕਾਂਗਰਸ ਦੀ ਆ ਜਾਏ, ਭਾਵੇਂ ਮੈਂ ਕਹਾਂਗੀ INDA ਕਹਿੰਦਾ ਉਹ ਆ ਜਾਏ, ਚਾਹੇ NDA ਦੀ ਆ ਜਾਏ, ਇਹ ਤਾਂ ਫਿਰ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਸਿਸਟਮ ਹੀ ਇੰਨਾ ਇੱਕ ਵਾਰ ਡਾਵਾਡੋਲ ਹੋ ਗਿਆ। ਤੁਸੀਂ ਦੇਖੋ ਵੀ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਤੁਸੀਂ, ਕਿਉਂਕਿ ਵਿਧਾਨ ਸਭਾ ਜਿਸ ਤਰੀਕੇ ਨਾਲ ਵਿੱਚੋਂ ਟੁੱਟੀਆਂ ਨੇ ਤਾਂ ਹੀ ਸ਼ਾਇਦ ਇਹ ਸਾਰਾ ਮਿਸਮੈਨੇਜ ਹੋਇਆ ਹੋਣਾ। ਦੇਖੋ ਜਦ ਵਿਧਾਨ ਸਭਾ ਟੁੱਟਦੀ ਹੈ ਤਾਂ ਉੱਥੇ ਇਲੈਕਸ਼ਨ ਤੁਸੀਂ ਕਰਵਾਉਣਾ ਹੀ ਕਰਵਾਉਣਾ ਵਿਦਿਨ ਫਿਊ ਮੰਥਸ। ਅਗਰ ਤੁਸੀਂ ਕਹੋ ਜੀ ਕਿ ਹੁਣ ਕਿਉਂਕਿ ਵਿਧਾਨ ਸਭਾ ਟੁੱਟ ਗਈ ਹੈ, ਕੇਂਦਰ ਦਾ ਇਲੈਕਸ਼ਨ ਅਜੇ ਦੂਰ ਹੈ, 3 ਸਾਲ ਪਿਆ, 3 ਸਾਲ ਅਸੀਂ ਰਾਸ਼ਟਰਪਤੀ ਰਾਜ ਹੀ ਲਾਈ ਰੱਖੀਏ, ਉਹ ਵੀ ਪੋਸੀਬਲ ਨਹੀਂ। ਇਹ ਹੋਏਗਾ ਨਾ, ਉਹ ਵੀ ਪੋਸੀਬਲ ਨਹੀਂ ਹੈ। ਮੈਂ ਇਸੇ ਕਰਕੇ ਕਹਿੰਦਾ ਨਾ ਇਹ ਪੋਲੀਟੀਕਲੀ ਵਾਇਬਲ ਹੈ, ਨਾ ਲੌਜੀਕਲੀ ਇਹ ਕਿਸੇ ਢੁਕਦਾ ਹੈ, ਨਾ ਕਿਸੇ ਤਰੀਕੇ ਦੇ ਨਾਲ ਪ੍ਰੋਸੀਜਰਲੀ ਇਹ ਗੱਲ ਜਿਹੜੀ ਹੈਗੀ ਹੈ ਫੋਲੋ ਕੀਤੀ ਜਾ ਰਹੀ ਹੈ। ਪਤਾ ਨਹੀਂ ਕਿਸ ਤਰੀਕੇ ਦੇ ਨਾਲ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ 1 ਨੇਸ਼ਨ 1 ਇਲੈਕਸ਼ਨ, 1 ਰਾਸ਼ਨ ਕਾਰਡ 1 ਇਲੈਕਸ਼ਨ, 1 ਕਲਚਰ 1 ਨੇਸ਼ਨ, ਫਲਾਣਾ। ਉਹ ਸਾਰਾ 1 ਕਿਉਂ? ਤੁਸੀਂ ਵਿਲੱਖਣਤਾ ਜਿਹੜੀ ਹੈਗੀ ਹੈ ਸਾਡੀ ਜਿਹੜੀ ਭਿੰਨਤਾ ਹੈ ਦੇਸ਼ ਦੀ, ਚਾਹੇ ਉਹ ਕਲਚਰਲ ਹੈ, ਚਾਹੇ ਲਿੰਗੁਇਸਟਿਕ ਹੈ, ਚਾਹੇ ਪੋਲੀਟੀਕਲ ਹੈ, ਤੁਸੀਂ ਉਹਨੂੰ ਸੈਲੀਬ੍ਰੇਟ ਕਰੋ ਬਜਾਏ ਇਸ ਦੇ ਕਿ ਤੁਸੀਂ ਉਹਨੂੰ ਇੱਕੋ ਉਹਦੇ ਵਿੱਚ ਮਰਜ ਕਰਕੇ ਰੱਖ ਦਿਓ। ਉਹ ਤਾਂ ਕੋਈ ਗੱਲ ਨਹੀਂ ਹੈ। ਤੁਸੀਂ ਔਰ ਇੰਡੀਆ ਵਰਗੇ ਦੇਸ਼ ਨੂੰ, ਜਿੱਥੇ ਏਡਾ ਵਿਸ਼ਾਲ ਦੇਸ਼ ਹੈ ਔਰ ਇੱਥੇ ਇੰਨੀਆਂ ਜ਼ਿਆਦਾ ਭਿੰਨਤਾਵਾਂ, ਉੱਥੇ ਤੁਸੀਂ ਕਹੋ ਕਿ ਤੁਸੀਂ ਰੀਜਨਲ ਐਸਪੀਰੇਸ਼ਨਸ ਨੂੰ ਵੀ ਖਤਮ ਕਰ ਦਿਓ, ਉਹਨੂੰ ਨੈਸ਼ਨਲ ਐਸਪੀਰੇਸ਼ਨ ਦੇ ਵਿੱਚ ਮਰਜ ਕਰ ਦਿਓ, ਤਾਂ ਉਹ ਚੀਜ਼ ਜਿਹੜੀ ਹੈਗੀ ਆ ਉਹ ਨਹੀਂ ਚੱਲੇਗੀ। ਔਰ ਅਗਰ ਅੱਜ ਵੈਸੇ ਤਾਂ ਇਹ ਚੀਜ਼ ਪੋਸੀਬਲ ਨਹੀਂ ਹੈ, ਲੇਕਿਨ ਅਗਰ ਕੋਈ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਇਹ ਕੋਈ ਬਹੁਤ ਕਾਮਯਾਬ ਤਜਰਬਾ ਨਹੀਂ ਹੋਏਗਾ। ਕਿਵੇਂ ਦੇਖਦੇ ਹੋ ਫਿਰ ਇਸ ਟਾਈਮ ਭਾਜਪਾ ਕਿੱਥੇ ਖੜੀ ਹੈ? ਕੀ ਹੁਣ ਲੋਕ ਉਹਨੂੰ ਕੀ ਸਮਝਣ? ਅਗਰ ਮੰਨ ਲਓ ਇਹ ਕਿਆਸ ਰਾਈਆਂ ਹੀ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਸਟ੍ਰੈਟਜੀ ਹੋਣੀ ਹੈ ਕਿ ਸ਼ਾਇਦ INDA ਦੀ ਜਿਹੜੀ ਅੱਜ ਮੀਟਿੰਗ ਸੀ ਉੱਥੇ ਉਹ ਇੱਕ ਨਵੇਂ ਚੀਜ਼ ਨੂੰ ਸੋਚਣ ਲਈ ਮਜਬੂਰ ਹੋ ਜਾਣ। ਅੱਛਾ ਅਗਰ ਜੇ ਇਹ ਹੋ ਗਿਆ ਫਿਰ ਸਾਡੀ ਸਟ੍ਰੈਟਜੀ ਕੀ ਹੋਏਗੀ, ਅਸੀਂ ਕਿਵੇਂ ਇਹ ਸਭ ਚੀਜ਼ਾਂ ਤੇ ਲੜ ਸਕਦੇ ਹਾਂ। ਤਾਂ ਜਿਹੜਾ ਸਪੈਸ਼ਲ ਸੈਸ਼ਨ ਸੱਦਿਆ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਦੇਖੋ ਇਸ ਜਦੋਂ ਨਰਿੰਦਰ ਮੋਦੀ ਸੱਤਾ 'ਚ ਆਏ ਹੈ, ਇਹ ਦੂਜੀ ਵਾਰ ਸਪੈਸ਼ਲ ਸੈਸ਼ਨ ਸੱਦਿਆ ਜਾ ਰਿਹਾ। ਪਹਿਲੀ ਵਾਰ GST ਦੇ ਬਾਰੇ ਸੈਸ਼ਨ ਬੁਲਾਇਆ ਗਿਆ ਸੀਗਾ ਔਰ ਇਹ ਸੈਸ਼ਨ ਦੇ ਕਈ ਮਾਨੇ ਹੈਗੇ। ਇੱਕ ਤਾਂ ਇਹ ਹੈ ਕਿ ਨਵੀਂ ਪਾਰਲੀਮੈਂਟ ਦਾ ਉਦਘਾਟਨ ਕਰ ਦੇਣਾ,
ਔਰ ਇੱਕ ਅਸਪੀਸ਼ੀਅਸ ਓਕੇਜ਼ਨ ਤੇ ਜਿਹੜੀ ਗਣੇਸ਼ ਚਤੁਰਥੀ ਜਾਂ ਇਹ ਚੱਲ ਰਿਹਾ ਹੈਗਾ ਪੂਜਾ ਦਾ ਦਿਨ, ਇਹਨਾਂ ਦੇ ਵਿੱਚ ਕਰਨਾ ਹੈ। ਉਹ ਆਪਣਾ ਜਿਹੜਾ ਵੋਟ ਬੈਂਕ ਹੈ ਉਹਨੂੰ ਮਜ਼ਬੂਤ ਕਰਨ ਦੀ ਗੱਲ ਹੈ ਕਿ ਦੇਖੋ ਅਸੀਂ ਹਿੰਦੂ ਤਿਉਹਾਰਾਂ ਦੇ ਸ਼ੁਭ ਰੱਖਦੇ ਹੋਏ ਕੰਮ ਕੀਤਾ। ਦੂਸਰੇ ਹੈਗਾ ਕਿ ਉਹਦੇ ਵਿੱਚ ਜਿਹੜੀ ਸਰਕਾਰ ਹੈ ਉਹ ਜੋ ਕੁਝ ਵੀ ਕੀਤਾ ਹੈ, ਜੋ ਵੀ ਉਪਲਬਧੀਆਂ ਗਿਣਾਉਣਾ ਚਾਹੁੰਦੀ ਹੈ, ਉਹ ਕਹਿੰਦੇ ਅਸੀਂ ਨਵੀਂ ਪਾਰਲੀਮੈਂਟ 'ਚ ਬਣਾਵਾਂਗੇ ਕਿਉਂਕਿ ਨਵੀਂ ਪਾਰਲੀਮੈਂਟ ਹੈ, ਨਵਾਂ ਭਾਰਤ ਹੈ। ਚੰਦਰਯਾਨ ਤੇ ਹੁਣੀ ਜਾ ਕੇ ਹਟੇ ਹੈ। ਪੀਯੂਸ਼ ਜਿਹੜਾ ਸਰਵੇ ਹੈ ਉਹਨੇ ਕਿਹਾ ਵੀ ਹਰ 7ਵਾਂ ਬੰਦਾ ਜਾਂ 8ਵਾਂ ਬੰਦਾ ਪ੍ਰਾਈਮ ਮਿਨਿਸਟਰ ਮੋਦੀ ਨੂੰ ਪਸੰਦ ਕਰਦਾ। ਉਹ ਸਾਰੀਆਂ ਚੀਜ਼ਾਂ ਦੇ ਗੁਣਗਾਨ ਉੱਥੇ ਹੋਏ ਔਰ ਇਹ 2024 ਦਾ ਲਾਂਚ ਪੈਡ ਹੋਏਗਾ ਐਜ਼ ਅ ਇਵੈਂਟ। ਮਤਲਬ ਤੁਸੀਂ ਕਹਿੰਦੇ ਹੋ ਵੀ ਇਹਨੂੰ ਕੈਸ਼ ਕਰੇਗਾ। ਦੇਖੋ ਜਿੱਥੇ ਤੱਕ ਇਵੈਂਟ ਦਾ ਸਵਾਲ ਹੈ, ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਲੋਕ ਇਹ ਗੱਲ ਕਹਿ ਚੁੱਕੇ ਹੈ ਕਿ ਇਸ ਵੇਲੇ ਸਰਕਾਰਾਂ ਜਿਹੜੀਆਂ ਹੈਗੀਆਂ ਇਵੈਂਟ ਮੈਨੇਜਮੈਂਟ ਦੇ ਰੂਪ ਦੇ ਵਿੱਚ ਹੀ ਚੱਲ ਰਹੀ। ਖਾਸ ਤੌਰ ਪਰ ਨਰਿੰਦਰ ਮੋਦੀ ਦਾ ਜਿਹੜਾ ਇਵੈਂਟ ਮੈਨੇਜਮੈਂਟ ਜਿਹੜੀ ਹੈਗੀ ਹੈ ਉਹ ਸਾਰੀ ਸਾਹਮਣੇ ਆਉਂਦੀ ਹੈ। ਇਹ ਵੀ ਉਸ ਤਰ੍ਹਾਂ ਦੀ ਇੱਕ ਚੀਜ਼ ਹੈਗੀ ਹੈ ਕਿ ਇੱਕ ਇਵੈਂਟ ਹੈ, ਉਹਨੂੰ ਮੈਨੇਜ ਕੀਤਾ ਜਾਵੇ, ਆਪਣੇ ਹੱਕ ਦੇ ਵਿੱਚ ਪ੍ਰਸਤੁਤ ਕੀਤਾ ਜਾਵੇ ਜਨਤਾ ਦੇ ਸਾਹਮਣੇ, ਔਰ ਉਹਦੇ ਨਾਲ ਸਾਡਾ ਉਦਘਾਟਨ ਵੀ ਹੋ ਜਾਵੇ ਔਰ ਸਾਡਾ 2024 ਦੇ ਇਲੈਕਸ਼ਨ ਦੀ ਸ਼ੁਰੂਆਤ ਵੀ ਹੋ। ਔਰ ਡੈਫੀਨਿਟਲੀ ਇਹ 2024 ਦੇ ਇਲੈਕਸ਼ਨ ਦੀ ਜਿਹੜੀ ਸ਼ੁਰੂਆਤ ਹੈ ਉਹਦਾ ਬਿਗਲ ਜਿਹੜਾ ਹੈਗਾ ਉਹ ਪ੍ਰਾਈਮ ਮਿਨਿਸਟਰ ਮੋਦੀ ਨੇ ਆਪਣੀ ਸਪੀਚ ਦੇ ਵਿੱਚੋਂ ਉੱਥੋਂ ਸ਼ੁਰੂ ਕਰ ਦੇਣਾ। ਬਿਲਕੁਲ ਪ੍ਰੋਫੈਸਰ ਸਾਹਿਬ, ਤੁਸੀਂ ਮੇਰੇ ਨਾਲ ਜੁੜੇ ਤੇ ਆਪਦਾ ਕੀਮਤੀ ਸਮਾਂ ਦਿੱਤਾ ਤੇ ਬੇਬਾਕ ਰਾਏ ਰੱਖੀ। ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਇਹ ਸੀ ਪ੍ਰੋਫੈਸਰ ਮੁਹੰਮਦ ਖਾਲਿਦ ਜੀ ਤੇ ਇਹ ਸੀ ਉਹਨਾਂ ਦਾ ਨਜ਼ਰੀਆ। ਕਹਿੰਦੇ ਇੰਨਾ ਸੌਖਾ ਨਹੀਂ ਹੈਗਾ ਇਸ ਸਰਕਾਰ ਕੀ ਆਉਣ ਵਾਲੀਆਂ ਸਰਕਾਰਾਂ ਵਾਸਤੇ ਵੀ ਕਿ ਇੱਕ ਰਾਸ਼ਟਰ ਤੇ ਇੱਕ ਚੁਣਾਵ ਹੋ ਸਕਣ। ਖੈਰ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਪਿੰਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।